ਧੰਨ ਵਾਹਿਗੁਰੂ ਜੀਓ। ਮਹੱਲਾ ਪਹਿਲਾ। ਲੇਖ ਲੇਖ ਪੜ੍ਹਿਆ ਤੇਤਾ ਕੜ੍ਹਿਆ, ਬਹੁ ਤੀਰਥ ਭਵਿਆ ਤੇਤੋਂ ਲਵਿਆ। ਬਹੁ ਭੇਖ ਕੀਆ ਦੇਹੀ ਦੁਖ ਦੀਆ, ਸੋ ਵੇ ਜੀਆ ਆਪਣਾ ਕੀਆ। ਅੰਨ ਨਾ ਖਾਇਆ ਸਾਧ ਗਵਾਇਆ, ਬਹੁ ਦੁਖ ਪਾਇਆ ਦੂਜਾ ਪਾਇਆ। ਬਸਤਰ ਨਾ ਪਹਿਰੈ ਅਹਨਿਸ ਕਹਿਰੈ, ਮੋਨ ਵਿਗੂਤਾ ਕਿਉ ਜਾਗੈ ਗੁਰ ਬਿਨ ਸੂਤਾ। ਪਾਗੂ ਪੇਤਾਣਾ ਆਪਣਾ ਕੀਆ ਕਮਾਣਾ, ਆਲ ਮਲ ਖਾਈ ਸਿਰ ਛਾਈ ਪਾਈ। ਮੂਰਖ ਅੰਧੈ ਪਤ ਗਵਾਈ, ਵਿਣ ਨਾਵੈ ਕਿਛ ਥਾਇ ਨ ਪਾਈ। ਰਹਿ ਬੇਬਾਣੀ ਮੜੀ ਮਸਾਣੀ, ਅੰਧ ਨਾ ਜਾਣੈ ਫਿਰ ਪਛੁਤਾਣੀ। ਸਤਿਗੁਰ ਭੇਟੇ ਸੋ ਸੁਖ ਪਾਏ, ਹਰਿ ਕਾ ਨਾਮ ਮਨ ਵਸਾਏ। ਨਾਨਕ ਨਦਰ ਕਰੇ ਸੋ ਪਾਏ, ਆਸ ਅੰਦੇਸੇ ਤੇ ਨਿਹ ਕੇਵਲ। ਹਉਮੈ ਸ਼ਬਦ ਜੜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਹਜ਼ੂਰ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਸੱਜ ਬੈਠੀ ਗੁਰੂ ਸਵਾਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ। ਇਹ ਮੁਬਾਰਕ ਸਮਾਂ ਆਪਾਂ ਸਾਰਿਆਂ ਨੂੰ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ। ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਪਾਠ ਅਤੇ ਕੀਰਤਨ ਦੇ ਰੂਪ ਵਿੱਚ ਸਤਿਕਾਰਯੋਗ ਭਾਈ ਸਾਹਿਬਾਨ ਜੀ ਪਾਸੋਂ ਆਪ ਜੀ ਨੇ ਬੜੇ ਪ੍ਰੇਮ ਇਕਾਗਰਤਾ ਸਹਿਤ ਸਰਵਣ ਕੀਤੀ ਹੈ। ਆਸਾ ਕੀ ਵਾਰ ਦੀ ਅੰਮ੍ਰਿਤ ਬਾਣੀ, ਜਿਸ ਦਾ ਗਾਇਨ ਅੰਮ੍ਰਿਤ ਵੇਲੇ ਦੇ ਦੀਵਾਨ ਦੇ ਵਿੱਚ ਕੀਰਤਨ ਦੇ ਰੂਪ ਵਿੱਚ ਕੀਤਾ ਜਾਂਦਾ ਹੈ। ਅਜਿਹੇ ਅਸਥਾਨ ਵੀ ਹਨ ਜਿੱਥੇ ਅਗਰ ਕੀਰਤਨੀ ਜਥਾ ਉਪਲਬਧ ਨਹੀਂ ਹੈ ਤਾਂ ਉੱਥੇ ਭਾਈ ਸਾਹਿਬ ਜੀ ਕੀਰਤਨ ਦੀ ਜਗ੍ਹਾ ਦੇ ਉੱਤੇ ਆਸਾ ਕੀ ਵਾਰ ਦਾ ਪਾਠ ਰੋਜ਼ਾਨਾ ਕਰਦੇ ਹਨ। ਕਹਿਣ ਤੋਂ ਭਾਵ ਇਹ ਮੁਬਾਰਕ ਬਾਣੀ ਦਾ ਗਾਇਨ ਅੰਮ੍ਰਿਤ ਵੇਲੇ ਸਤਸੰਗੀ ਰੂਪ ਵਿੱਚ ਕੀਤਾ ਜਾਂਦਾ ਹੈ। 24 ਪੌੜੀਆਂ ਨੇ, 24 ਪੌੜੀਆਂ ਦੇ ਨਾਲ ਸ਼ਲੋਕ ਨੇ। ਸ਼ਲੋਕ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਵੀ ਹਨ ਔਰ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਦੇ ਵੀ ਇਸ ਵਾਰ ਦੇ ਵਿੱਚ ਸ਼ਲੋਕ ਦਰਜ ਨੇ। ਸੋ ਜਿਨ੍ਹਾਂ ਪਾਵਨ ਬਚਨਾਂ ਨੂੰ ਆਪਾਂ ਵਿਚਾਰਨ ਦਾ ਯਤਨ ਕਰ ਰਹੇ ਹਾਂ, ਇਹ 9ਵੀਂ ਪੌੜੀ ਦੇ ਨਾਲ ਸੰਬੰਧਿਤ 2 ਸ਼ਲੋਕ ਨੇ। ਪਹਿਲੇ ਸ਼ਲੋਕ ਦੀ ਵਿਚਾਰ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਕੀਤੀ ਹੈ। ਸਤਿਗੁਰੂ ਨੇ ਸ਼ਲੋਕਾਂ ਦੇ ਵਿੱਚ ਵਿਦਿਆ ਦੀ ਹੋਂਦ ਤੋਂ ਲੈ ਕੇ ਹੰਗਤਾ ਅਹੰਕਾਰ ਤੋਂ ਲੈ ਕੇ
ਜੋ ਅਸੀਂ ਕਰਮ ਕਾਂਡ ਕਰਦੇ ਹਾਂ ਭਾਵੇਂ ਉਹਨਾਂ ਦੇ ਵਿੱਚ ਸਾਡੀ ਬੜੀ ਮਿਹਨਤ ਲੱਗਦੀ ਹੈ, ਸੁਖੱਲਾ ਨਹੀਂ, ਭੁੱਖੇ ਰਹਿਣਾ ਸੌਖਾ ਨਹੀਂ, ਬੜੀਆਂ ਮਸਾਣਾਂ ਵਿੱਚ ਤਨ ਦੇ ਉੱਤੇ ਸੁਆਹ ਮਲ ਕੇ ਮਸਾਣ ਦੀ ਬੈਠੇ ਰਹਿਣਾ ਸੁਖੱਲਾ ਨਹੀਂ, ਨੰਗੇ ਪੈਰੀਂ ਸਾਰੀ ਉਮਰ ਕੱਢ ਦੇਣੀ, ਬੜੀ ਤਕਲੀਫ, ਬੜਾ ਦੁੱਖ ਹੈ। ਸਰੀਰ ਦੇ ਸੁੱਖ ਆਰਾਮ ਤਿਆਗਣੇ ਇੱਕ ਪਾਸੇ ਤੇ ਉਲਟਾ ਹੋਰ ਦੁੱਖ ਲਾ ਲੈਣੇ, ਇਹ ਬੜੀ ਵੱਡੀ ਗੱਲ ਹੈ। ਪਰ ਮਹਾਰਾਜ ਨੇ ਫਰਮਾਇਆ ਵੀ ਇਹਨਾਂ ਚੀਜ਼ਾਂ ਵਿੱਚੋਂ ਹਾਸਲ ਕੁਝ ਨਹੀਂ ਹੁੰਦਾ, ਪ੍ਰਾਪਤੀ ਕੋਈ ਨਹੀਂ ਹੁੰਦੀ, ਕਿਉਂਕਿ ਸਾਰੇ ਕਰਮ ਕਾਂਡ ਮਨੁੱਖ ਦੇ ਅੰਦਰ ਇੱਕ ਹਉਂ ਬਣ ਕੇ, ਹੰਗਤਾ ਬਣ ਕੇ ਇੱਕ ਦਾਅਵੇਦਾਰੀ ਦਾ ਭਾਵ ਪੈਦਾ ਕਰ ਦਿੰਦੇ ਨੇ। ਔਰ ਮਨੁੱਖ ਜਿਸ ਨੂੰ ਸੁਰਤ ਕਰਕੇ ਉਜਲਾ ਹੋਣਾ ਚਾਹੀਦਾ ਹੈ, ਕਰਮ ਕਰਕੇ ਉਜਲਾ ਹੋਣਾ ਚਾਹੀਦਾ ਹੈ, ਰੱਬੀ ਗੁਣਾਂ ਅਤੇ ਸਿਫਤ ਨਾਲੋਂ ਟੁੱਟਾ ਬੰਦਾ ਕਰਮ ਕਾਂਡਾਂ ਦੇ ਵਿੱਚ ਪੈ ਕੇ ਸਗੋਂ ਵਾਧੂ ਦੇ ਦੁੱਖ ਸਹਾਰਦਾ ਹੀ ਖੱਪ ਜਾਂਦਾ ਹੈ ਅਤੇ ਪ੍ਰਾਪਤੀ ਕੋਈ ਨਹੀਂ ਕਰਦਾ। ਕੱਲ੍ਹ ਵਾਲੇ ਸ਼ਲੋਕ ਵਿੱਚ ਮਹਾਰਾਜ ਨੇ ਵਿੱਦਿਆ ਦੇ ਪੜ੍ਹਨ ਪੜ੍ਹਾਉਣ ਦੀ ਗੱਲ ਕੀਤੀ। ਮੈਂ ਬਿਨੈ ਕੀਤੀ ਸੀ, ਸਤਿਗੁਰੂ ਨੇ ਵਿੱਦਿਆ ਪੜ੍ਹਨ ਨੂੰ ਮਾੜਾ ਨਹੀਂ ਮੰਨਿਆ, ਸਗੋਂ ਸਲਾਹਿਆ ਹੈ। ਐਜੂਕੇਸ਼ਨ, ਸਮਝ, ਜਾਣਕਾਰੀ, ਗਿਆਨ ਪ੍ਰਾਪਤੀ, ਵਿੱਦਿਆ ਪ੍ਰਾਪਤੀ ਇਹ ਤਾਂ ਮਨੁੱਖ ਲਈ ਬਹੁਤ ਲਾਜ਼ਮੀ ਨੇ। ਅਨਪੜ੍ਹਤਾ ਨੂੰ ਦਾਨੇ ਪੁਰਖਿਆਂ ਨੇ ਬਹੁਤ ਵੱਡਾ ਸਰਾਪ ਆਖਿਆ। ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਨੇ ਪਹਿਲੀ ਗੁਰਮੁਖੀ ਦੀ ਪਾਠਸ਼ਾਲਾ ਖੋਲ੍ਹੀ ਖਡੂਰ ਸਾਹਿਬ ਦੀ ਧਰਤੀ 'ਤੇ। ਆਪ ਬੱਚਿਆਂ ਨੂੰ ਮਹਾਰਾਜ ਵਰਣਮਾਲਾ ਪੜ੍ਹਾਉਂਦੇ ਸਨ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਆਪ ਵੱਖ-ਵੱਖ ਉਸਤਾਦਾਂ ਕੋਲੋਂ ਜਿਹੜੀ ਸ਼ਬਦੀ ਵਿੱਦਿਆ ਹੈ, ਅੱਖਰੀ ਗਿਆਨ ਹੈ, ਉਹ ਮਹਾਰਾਜ ਨੇ ਗ੍ਰਹਿਣ ਕੀਤਾ। ਕੁਤਬਦੀਨ ਕਾਜ਼ੀ ਦੇ ਕੋਲੋਂ, ਮੌਲਵੀ ਦੇ ਕੋਲੋਂ, ਬ੍ਰਿਜ ਲਾਲ ਪੰਡਤ ਦੇ ਕੋਲੋਂ। ਉਹਨਾਂ ਸਮਿਆਂ 'ਚ ਹੀ ਸੰਸਕ੍ਰਿਤ ਦੇ, ਬ੍ਰਿਜ ਦੇ, ਫਾਰਸੀ ਦੇ, ਅਰਬੀ ਦੇ ਜਾਣਕਾਰ ਲੋਕ ਸਨ। ਸਤਿਗੁਰੂ ਦੀ ਜਿਹੜੀ ਬਾਣੀ ਲਿਖੀ ਗਈ ਹੈ, ਇਹ ਵੱਖ-ਵੱਖ ਬੋਲੀਆਂ ਦੇ ਸ਼ਬਦ ਇਸ ਵਿੱਚ ਮੌਜੂਦ ਨੇ। ਉਹੀ ਲਿਖ ਸਕਦਾ ਜੋ ਬੋਲੀਆਂ ਬਾਰੇ ਜਾਣਕਾਰੀ ਰੱਖਦਾ ਹੋਏਗਾ। ਫਿਰ ਕਾਵਿ ਦਾ ਕਿੰਨਾ ਵੱਡਾ ਖਜ਼ਾਨਾ ਹੈ ਸਤਿਗੁਰੂ ਦੀ ਬਾਣੀ, ਸੰਗੀਤ ਵਿੱਦਿਆ ਦਾ ਕਿੰਨਾ ਵੱਡਾ ਭੰਡਾਰ ਹੈ। ਸਤਿਗੁਰੂ ਸੱਚੇ ਪਾਤਸ਼ਾਹ ਨੇ ਵਿਆਕਰਣਕ ਨੇਮ ਵੀ ਬਾਣੀ ਵਿੱਚ ਵਰਤੇ ਨੇ। ਇਹ ਸਾਰਾ ਕੁਝ, ਇਹਨੂੰ ਵਿੱਦਿਆ ਹੀ ਕਿਹਾ ਜਾਂਦਾ ਹੈ। ਸੰਗੀਤ ਵਿੱਦਿਆ ਹੈ, ਕਾਵਿ ਵਿੱਦਿਆ ਹੈ, ਅੱਖਰੀ ਵਿੱਦਿਆ ਹੈ, ਭਾਸ਼ਾਈ ਗਿਆਨ ਹੈ, ਕਿੰਨੇ ਤਰ੍ਹਾਂ ਦਾ ਗਿਆਨ ਹੈ। ਯੁੱਧ ਵੀ ਵਿੱਦਿਆ ਹੈ, ਸ਼ਸਤਰ ਵਿੱਦਿਆ ਹੈ, ਘੋੜਸਵਾਰੀ ਵੀ ਵਿੱਦਿਆ ਹੈ। ਨਵੇਂ ਨਗਰ ਵਸਾਉਣਾ, ਇੱਕ ਘਰ ਬਣਾਉਣਾ ਹੋਵੇ, ਮਕਾਨ ਇੱਕ ਨਿੱਕਾ ਜਿਹਾ ਰਿਹਾਇਸ਼ ਲਈ ਬਣਾਉਣਾ ਹੋਵੇ, ਉਹਦੇ ਲਈ ਵੀ ਇੱਕ ਇੰਜੀਨੀਅਰ ਚਾਹੀਦਾ। ਇੱਕ ਨਗਰ ਵਿਕਸਿਤ ਕਰਨਾ ਹੈ, ਕਿੰਨੀ ਵੱਡੀ ਇੰਜੀਨੀਅਰਿੰਗ ਹੈ। ਸਤਿਗੁਰੂ ਸੱਚੇ ਪਾਤਸ਼ਾਹ ਨੇ ਨਵੇਂ ਨਗਰ ਵੀ ਵਸਾਏ। ਜਾਨੀ ਹਰ ਪਹਿਲੂ ਤੋਂ ਸਮਾਜ ਨੂੰ ਸਮਝਣਾ, ਮਨੁੱਖ ਨੂੰ ਸਮਝਣਾ, ਇਹ ਸਾਰਾ ਕੁਝ ਗਿਆਨ ਦੇ ਦਾਇਰੇ 'ਚ, ਵਿੱਦਿਆ ਦੇ ਦਾਇਰੇ 'ਚ ਆਉਂਦਾ ਹੈ। ਪਾਤਸ਼ਾਹ ਨੂੰ ਹਜ਼ੂਰ ਦਾ ਤੁਸੀਂ ਜੀਵਨ ਦਾ ਕੋਈ ਵੀ ਪਹਿਲੂ ਵੇਖੋ, ਮਹਾਰਾਜ ਦਾ ਹਰ ਇੱਕ ਪਹਿਲੂ ਐਨ ਭਰਪੂਰ ਹੈ। ਸੇਧ ਬਖਸ਼ ਰਹੇ ਨੇ ਸਤਿਗੁਰੂ ਹਰ ਪਾਸੇ ਤੋਂ। ਸਤਿਗੁਰੂ ਚਾਹੁੰਦੇ ਹਨ ਕਿ ਇਹ ਸਾਰੇ ਦੀ ਜਿੰਨੀ ਵੱਧ ਤੋਂ ਵੱਧ ਸਮਝ ਲਈ ਜਾ ਸਕੇ, ਆਮ ਤੋਂ ਆਮ ਮਨੁੱਖ ਨੂੰ ਵੀ ਇਹਦੀ ਸਮਝ ਹੋਣੀ ਬਹੁਤ ਜ਼ਰੂਰੀ ਹੈ। ਇਹ ਵਿੱਦਿਆ ਨਾਲ ਆਏਗੀ, ਵਿਚਾਰ ਨਾਲ ਆਏਗੀ, ਸਿੱਖਣ ਨਾਲ ਆਏਗੀ, ਕੁਝ ਗ੍ਰਹਿਣ ਕਰਨ ਦੀ ਭਾਵਨਾ ਨਾਲ ਆਏਗੀ। ਤਾਂ ਅਸੀਂ ਬੜੇ ਮਾਣ ਨਾਲ ਕਹਿੰਦੇ ਹਾਂ ਕਿ ਦਸਮ ਪਾਤਸ਼ਾਹ ਮਹਾਰਾਜ ਨੇ ਕਵੀਆਂ ਨੂੰ ਆਪਣੇ ਕੋਲ ਰੱਖਿਆ, ਵਿਦਵਾਨ ਰੱਖੇ। ਇਸ ਵਾਸਤੇ ਰੱਖੇ ਕਿ ਉਹ ਵਿਦਵਾਨ ਜਨ ਕੁਝ ਸਾਰਥਕ ਸੋਚਣ ਅਤੇ ਵਿਚਾਰਨ, ਉਹਨਾਂ ਕੋਲੋਂ ਆਮ ਸੰਗਤ ਨੂੰ ਕੁਝ ਲਾਭ ਪਹੁੰਚੇ, ਕੋਈ ਫਾਇਦਾ ਹੋਵੇ। ਇੱਕ ਨਿੱਕੀ ਤੋਂ ਨਿੱਕੀ ਵਸਤੂ ਵੀ ਅਸੀਂ ਬਾਜ਼ਾਰ 'ਚੋਂ ਲੈ ਕੇ ਆਈਏ ਅਤੇ ਉਹਦੀ ਵਰਤੋਂ ਕਰਨ ਦੀ ਸਾਨੂੰ ਜੇ ਪਤਾ ਨਾ ਹੋਵੇ ਤਾਂ ਦੂਜੇ ਨੂੰ ਆਪਾਂ ਪੁੱਛਦੇ ਹਾਂ ਵੀ ਇਹਨੂੰ ਕਿਵੇਂ ਵਰਤਿਆ ਜਾਏ। ਇਹ ਸਿੱਖਣਾ ਹੀ ਤਾਂ ਹੈ। ਸੋ ਗੁਰੂ ਮਹਾਰਾਜ ਨੇ ਪਹਿਲੇ ਸ਼ਲੋਕ ਵਿੱਚ ਜਿੱਥੇ ਇਹ ਫਰਮਾਇਆ ਨਾ, ਪੜ੍ਹ ਪੜ੍ਹ ਗੱਡੀ ਲੱਦੀ ਹੈ, ਪੜ੍ਹ ਪੜ੍ਹ ਭਰੀਆਂ ਸਾਥ, ਪੜ੍ਹ ਪੜ੍ਹ ਬੇੜੀ ਪਾਈ ਹੈ, ਪੜ੍ਹ ਪੜ੍ਹ ਗੱਡੀਆਂ ਖਾਤ, ਪੜ੍ਹੀਐ ਜੇਤੇ ਬਰਸ ਬਰਸ, ਪੜ੍ਹੀਐ ਜੇਤੇ ਮਾਸ,
ਪੜ੍ਹੀਐ ਜੇਤੀ ਆਰਜਾ, ਪੜ੍ਹੀਐ ਜੇਤੇ ਸਾਸ। ਨਾਨਕ ਲੇਖੈ ਇੱਕ ਗੱਲ ਹੋਰ ਹਉਮੈ ਚੱਖਣਾ ਝਾਕ। ਸਤਿਗੁਰੂ ਦਾ ਕਹਿਣ ਦਾ ਮੁੱਖ ਮਕਸਦ ਇਹ ਹੈ ਵੀ ਵਿੱਦਿਆ ਦੇ ਨਾਲ ਮਨੁੱਖ ਦੇ ਅੰਦਰ ਨੈਤਿਕਤਾ ਹੋਰ ਵਧਣੀ ਚਾਹੀਦੀ ਹੈ, ਘਟਣੀ ਨਹੀਂ ਚਾਹੀਦੀ। ਵੀ ਜੇ ਤੁਹਾਡੇ ਅੰਦਰ ਸਦਾਚਾਰਕ ਗੁਣ ਘਟ ਗਏ, ਜੇ ਤੁਸੀਂ ਜਾਣਕਾਰੀ ਤਾਂ ਹਾਸਲ ਕਰ ਲਈ ਹੈ ਪਰ ਸਦਾਚਾਰ ਦੀ ਪਾਲਣਾ ਨਹੀਂ ਕੀਤੀ, ਨੈਤਿਕਤਾ ਦੀ ਪਾਲਣਾ ਨਹੀਂ ਕੀਤੀ, ਮਨੁੱਖੀ ਗੁਣ ਨਹੀਂ ਸਾਂਭੇ, ਸਗੋਂ ਉਸ ਜਾਣਕਾਰੀ ਦੇ ਨਾਲ ਦੂਜਿਆਂ ਦਾ ਨੁਕਸਾਨ ਕਰਨਾ ਸ਼ੁਰੂ ਕਰ ਦਿੱਤਾ ਹੈ, ਅਤੇ ਫਿਰ ਮਨੁੱਖ ਚੰਗਾ ਇਨਸਾਨ ਬਣਨ ਦੀ ਬਜਾਏ ਉਸ ਜਾਣਕਾਰੀ ਨਾਲ ਹੈਵਾਨ ਬਣ ਜਾਂਦਾ ਹੈ। ਉਹਨੂੰ ਮਨਮੁਖ ਵਿਦਿਆ ਵਿਕਰਦਾ, ਮਨਮੁਖ ਵਿਦਿਆ ਨੂੰ ਵੀ ਹਥਿਆਰ ਵਾਂਗ ਵਰਤਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਵਿਦਿਆ ਦਾ ਵਿਚਾਰਵਾਨ ਉਹਨੂੰ ਮੰਨਿਆ ਜਿਹਦੇ ਪੱਲੇ ਪਰਉਪਕਾਰ ਵੀ। ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਤੂੰ ਵਿਦਿਆ ਦਾ ਵਿਚਾਰਵਾਨ ਤਾਂ ਹੈ ਜੇ ਤੇਰੇ ਕੋਲ ਪਰਉਪਕਾਰ ਵੀ ਹੈ, ਭਲਾ ਵੀ ਹੈ, ਚੰਗੀ ਸੋਚ ਵੀ ਹੈ, ਉਜਲਾ ਵਿਹਾਰ ਵੀ ਹੈ, ਤੇਰੇ ਸਦਾਚਾਰ ਅਤੇ ਨੈਤਿਕ ਗੁਣ ਵੀ ਤੇਰੇ ਪੱਲੇ ਰਹਿਣ, ਅਤੇ ਸਗੋਂ ਇਹ ਵਧਣ ਘਟਣ ਦੀ ਬਜਾਏ। ਅਗਰ ਜਾਣਕਾਰੀ ਹਾਸਲ ਕਰਕੇ ਮਨੁੱਖ ਦਾ ਮਨ ਖਿੰਗਰੀ ਇੱਟ ਵਰਗਾ ਜਾਂ ਪੱਥਰ ਵਰਗਾ ਹੁੰਦਾ ਜਾਂਦਾ ਹੈ, ਉਹਦੇ ਅੰਦਰੋਂ ਕੋਮਲਤਾ ਗਵਾਚ ਰਹੀ ਹੈ, ਦਇਆ ਗਵਾਚ ਰਹੀ ਹੈ, ਉਹਦੇ ਅਹਿਸਾਸ ਮਰ ਰਹੇ ਨੇ, ਭਾਵੁਕਤਾ ਖਤਮ ਹੋ ਰਹੀ ਹੈ, ਉਹ ਜਜ਼ਬਾਤੀ ਤੌਰ 'ਤੇ ਪੱਥਰ ਹੋ ਰਿਹਾ ਹੈ, ਉਹ ਸਦਾਚਾਰ ਦੀ ਪਾਲਣਾ ਦੀ ਪਰਵਾਹ ਨਹੀਂ ਕਰਦਾ, ਨੈਤਿਕ ਗੁਣਾਂ ਨੂੰ ਜੀਵਨ ਵਿੱਚ ਥਾਂ ਨਹੀਂ ਦਿੰਦਾ, ਤਾਂ ਸਤਿਗੁਰੂ ਐਸੀ ਵਿਦਿਆ ਨੂੰ ਬਿਖ ਕਹਿੰਦੇ ਨੇ, ਜ਼ਹਿਰ ਕਹਿੰਦੇ ਨੇ, ਭਾਵੇਂ ਉਹ ਕਿਸੇ ਵੀ ਖੇਤਰ ਦੀ ਵਿਦਿਆ ਹੋਵੇ। ਸੋ ਮਹਾਰਾਜ ਸੱਚੇ ਪਾਤਸ਼ਾਹ ਦਾ ਕਹਿਣ ਦਾ ਭਾਵ ਹੈ, ਨਾਨਕ ਲੇਖੈ ਇੱਕ ਗੱਲ। ਇਸ ਨੁਕਤੇ ਨੂੰ ਜ਼ਰੂਰ ਧਿਆਨ ਵਿੱਚ ਰੱਖਣਾ ਹੈ। ਅਗਲੇਰੇ ਸ਼ਲੋਕ ਵਿੱਚ ਮਹਾਰਾਜ ਨੇ ਹੋਰ ਤਫਸੀਲ ਨਾਲ ਇਸ ਗੱਲ ਦੀ ਵਿਆਖਿਆ ਕੀਤੀ ਹੈ। ਪਹਿਲੇ ਬਚਨ ਵਿੱਚ ਫਰਮਾਇਆ, ਲੇਖ ਲੇਖ ਪੜ੍ਹਿਆ। ਲੇਖ ਲੇਖ ਕੇ ਯਾਨੀ ਲਿਖਿਆ ਵੀ ਹੈ ਔਰ ਪੜ੍ਹਿਆ ਵੀ ਹੈ। ਇਹਨੂੰ ਆਪਾਂ ਵਿਦਿਆਵਾਨ ਕਹਿੰਦੇ ਹਾਂ, ਐਜੂਕੇਟਡ ਪਰਸਨ। ਮਹਾਰਾਜ ਕਹਿੰਦੇ ਨੇ, ਜੇ ਤੂੰ ਨੈਤਿਕਤਾ ਨਹੀਂ ਬਚਾਈ, ਸਦਾਚਾਰਕ ਗੁਣ ਨਹੀਂ ਜੀਵਨ 'ਚ ਧਾਰਨ ਕੀਤੇ, ਜਾਂ ਇਹਨਾਂ ਦੀ ਪ੍ਰਵਾਹ ਨਹੀਂ ਨਾ ਕੀਤੀ, ਤੇ ਕੇਵਲ ਲਿਖਿਆ ਹੀ ਪੜ੍ਹਿਆ ਜਾਂ ਲਿਖ ਲਿਖ ਕੇ ਪੜ੍ਹਿਆ, ਤਾਂ ਇਹਦਾ ਸਾਈਡ ਇਫੈਕਟ ਤੇਰੇ ਉੱਤੇ ਕੀ ਪਏਗਾ, ਉਲਟਾ ਪ੍ਰਭਾਵ ਕੀ ਹੋਏਗਾ, ਤੇਤਾ ਕੜਿਆ। ਓਨਾ ਹੀ ਤੂੰ ਹੰਕਾਰ ਵਿੱਚ ਕਰੁੱਝਦਾ ਰਹੇਗਾ। ਇਹ ਤੇਰੀ ਹਉਂ ਨੂੰ ਵਧਾਉਣਗੇ, ਇਹ ਤੇਰੇ ਰੋਗ ਦਾ ਦਾਰੂ ਨਹੀਂ ਬਣੇਗੀ ਵਿਦਿਆ, ਇਹ ਸਗੋਂ ਤੇਰੇ ਰੋਗ ਵਿੱਚ ਵਾਧਾ ਕਰ ਜਾਏਗੀ, ਨੁਕਸਾਨਦੇਹ ਹੋਏਗੀ। ਫਿਰ ਮਹਾਰਾਜ ਕਹਿੰਦੇ ਨੇ, ਬਹੁ ਤੀਰਥ ਭਵਿਆ। ਤੇ ਗੱਲ ਇਕੱਲੀ ਵਿਦਿਆ ਪੜ੍ਹਨ ਦੀ ਜਾਂ ਧਰਮ ਗ੍ਰੰਥ ਪੜ੍ਹਨ ਦੀ ਨਹੀਂ, ਬਹੁਤੇ ਤੀਰਥਾਂ ਦੇ ਉੱਤੇ ਭਵਿਆ, ਫਿਰਿਆ। ਇੱਕ ਤੀਰਥ ਤੋਂ ਦੂਜੇ ਤੀਰਥ, ਦੂਜੇ ਤੋਂ ਤੀਜੇ ਤੀਰਥ, ਵੱਖ-ਵੱਖ ਅਸਥਾਨਾਂ 'ਤੇ ਜਾ ਕੇ ਇਸ਼ਨਾਨ ਕੀਤੇ। ਪਰ ਮਹਾਰਾਜ ਕਹਿੰਦੇ ਨੇ, ਹੋਇਆ ਕੀ, ਤੇ ਤੋਂ ਲਵਿਆ। ਲਵਿਆਂ ਦਾ ਮਤਲਬ ਹੈ ਲਿਉਂ ਲਿਉਂ ਕਰਤ ਫਿਰੈ ਸਭ ਲੋਕ। ਬਾਣੀ ਦੇ ਵਿੱਚ ਸ਼ਬਦ ਆਉਂਦਾ ਹੈ, ਜਿਵੇਂ ਕਾਂ ਬਨੇਰੇ ਦੇ ਉੱਤੇ ਬੈਠ ਕੇ ਕਾਂ ਕਾਂ ਕਰਦਾ। ਉਹਦੀ ਆਵਾਜ਼ ਬੜੀ ਖਰਵੀ ਹੁੰਦੀ ਹੈ, ਕੰਨਾਂ ਨੂੰ ਸ਼ੋਭਦੀ ਨਹੀਂ, ਚੰਗੀ ਨਹੀਂ ਲੱਗਦੀ, ਬੇਰਸੀ ਆਵਾਜ਼। ਮਹਾਰਾਜ ਕਹਿੰਦੇ ਨੇ, ਭਾਵੇਂ ਤੂੰ ਵੱਖ-ਵੱਖ ਤੀਰਥਾਂ ਦੇ ਉੱਤੇ ਭਵਿਆ ਹੋਵੇਂ, ਫਿਰਿਆ ਹੋਵੇਂ, ਇਸ਼ਨਾਨ ਕੀਤੇ ਹੋਣ, ਦਾਨ ਪੁੰਨ ਕੀਤੇ ਹੋਣ, ਯਾਤਰਾਵਾਂ ਕੀਤੀਆਂ ਹੋਣ, ਜੇ ਤੇਰੇ ਕੋਲ ਨੈਤਿਕਤਾ ਅਤੇ ਸਦਾਚਾਰ ਨਹੀਂ, ਧਰਮੀ ਗੁਣ ਨਹੀਂ, ਉੱਚਾ ਵਿਹਾਰ ਨਹੀਂ, ਰੱਬੀ ਸਿਫਤ ਸਲਾਹ ਨਹੀਂ, ਮਹਾਰਾਜ ਕਹਿੰਦੇ ਨੇ, ਇਹ ਕਰਮ ਕਾਂਡ ਕਰਦਿਆਂ ਹੋਇਆਂ ਜਾਂ ਕਰਕੇ ਓਨਾ ਹੀ, ਜਿੰਨਾ ਕੁ ਤੂੰ ਭਰਮਣ ਕਰਦਾ ਹੈ, ਓਨਾ ਹੀ ਜ਼ਿਆਦਾ ਹੰਕਾਰ ਵਿੱਚ ਲਿਉਂ ਲਿਉਂ ਕਰਦਾ। ਫਿਰ ਹਜ਼ੂਰ ਕਹਿੰਦੇ, ਬਹੁ ਭੇਖ ਕੀਆ। ਬਹੁਤਾ ਭੇਖ ਕੀਤਾ। ਭੇਖ ਦਾ ਅਰਥ ਹੁੰਦਾ ਬਾਹਰੋਂ ਧਾਰਨ ਕੀਤੀਆਂ ਹੋਈਆਂ ਨਿਸ਼ਾਨੀਆਂ, ਜਿਨ੍ਹਾਂ ਨੂੰ ਮਨੁੱਖ ਵਿਖਾਵੇ ਖਾਤਰ ਵਰਤੇ ਜਾਂ ਆਪਣੇ ਪਰਦੇ ਕੱਜਣ ਲਈ ਵਰਤੇ। ਸਤਿਗੁਰੂ ਮਹਾਰਾਜ ਨੇ ਜੋਗੀਆਂ ਨੂੰ ਤਦੇ ਹੀ ਕਿਹਾ ਸੀ, ਕੰਨਾਂ ਵਿੱਚ ਮੁੰਦਰਾਂ ਪਾਉਂਦੇ ਹੋ,
ਪਰ ਤੁਹਾਡੇ ਕੋਲ ਸੰਤੋਖ ਨਹੀਂ ਹੈ। ਤੁਸੀਂ ਸਰੀਰ ਦੇ ਉੱਤੇ ਸੁਆਹ ਬਲਦੇ ਹੋ, ਇਸ ਕਰਕੇ ਕਿ ਅਸੀਂ ਇਹ ਜਤਾ ਸਕੀਏ ਕਿ ਵੇਖੋ ਅਸੀਂ ਇਸ ਜੀਵਨ ਨੂੰ ਵੀ ਮਿੱਟੀ ਸਮਾਨ, ਖਾਕ ਸਮਾਨ ਸਮਝਿਆ, ਜਾਨੀ ਮੌਤ ਨੂੰ ਅਸੀਂ ਪਹਿਲ ਦਿੱਤੀ, ਅਵਲ ਦਰਜਾ ਦਿੱਤਾ, ਅਤੇ ਜੀਵਨ ਤੁੱਛ ਹੈ। ਪਰ ਮਹਾਰਾਜ ਕਹਿੰਦੇ ਤੁਹਾਨੂੰ ਆਪਣੀ ਦੇਹੀ ਦਾ ਗਰੂਰ ਓਨਾ ਹੀ ਹੈ ਜਿੰਨਾ ਗ੍ਰਸਤੀ ਨੂੰ ਹੁੰਦਾ ਹੈ। ਫਰਕ ਕੀ ਹੈ? ਤੁਹਾਡੇ ਕੰਨਾਂ ਦੀਆਂ ਮੁੰਦਰਾਂ, ਸਰੀਰ 'ਤੇ ਮਲੀ ਹੋਈ ਸੁਆਹ, ਇਹ ਕੇਵਲ ਵਿਖਾਵਾ ਮਾਤਰ ਹੈ, ਕੇਵਲ ਲੱਡਰੀ ਪਛਾਣ ਵਾਸਤੇ ਹੈ ਵੀ ਅਸੀਂ ਜੋਗੀ ਹਾਂ, ਤਿਆਗੀ ਹਾਂ। ਮੋਹ ਤੁਹਾਡੇ ਅੰਦਰ ਵੀ ਓਨਾ ਹੀ ਹੈ, ਲੋਭ ਉਸੇ ਤਰ੍ਹਾਂ ਦਾ ਹੈ। ਅਸੀਂ ਜੋਗੀ ਹਾਂ, ਬੜੇ ਵੱਡੇ ਜੋਗੀਸ਼ਰ ਹਾਂ, ਇਹ ਹੰਕਾਰ ਤੁਹਾਨੂੰ ਵੀ ਉਵੇਂ ਜਿਵੇਂ ਇੱਕ ਮਾਇਆਧਾਰੀ ਨੂੰ ਹੁੰਦਾ, ਮੇਰੇ ਕੋਲ ਮਾਇਆ ਬਹੁਤ ਹੈ, ਮੇਰੇ ਕੋਲ ਪਦਵੀ ਉੱਚੀ ਹੈ। ਜੋਗੀ ਨੂੰ ਵੀ ਉਹੀ ਹੈ। ਫਰਕ ਕੀ ਹੈ? ਇਸ ਵਾਸਤੇ ਸਤਿਗੁਰੂ ਨੇ ਇਹਨਾਂ ਦੀ ਜਗ੍ਹਾ 'ਤੇ ਫਿਰ ਉਹਨਾਂ ਨੂੰ ਗੁਣ ਧਾਰਨ ਕਰਨ ਦੀ ਪ੍ਰੇਰਣਾ ਕੀਤੀ। ਮੁੰਦਾਂ ਸੰਤੋਖ, ਸੰਤੋਖ ਦੀਆਂ ਮੁੰਦਰਾਂ, ਯਾਨੀ ਸੰਤੋਖ ਨੂੰ ਧਾਰਨ ਕਰੋ। ਸ਼ਰਮ ਪਤ ਝੋਲੀ, ਧਿਆਨ ਕੀ ਕਰਹਿ ਵਿਭੂਤ। ਸ਼ਰਮ ਕਹਿੰਦੇ ਨੇ ਮਸ਼ੱਕਤ ਨੂੰ, ਪਤ ਕਹਿੰਦੇ ਨੇ ਭਿਕਸ਼ਾ ਪਾਤਰ ਜਿਹੜਾ ਜੋਗੀਆਂ ਦੇ ਹੱਥ 'ਚ ਹੁੰਦਾ, ਝੋਲੀ ਮੋਢੇ 'ਤੇ ਪਾਈ ਹੋਈ ਬਗਲੀ। ਧਿਆਨ ਕੀ ਕਰੈ, ਸ਼ਰਮ ਦਾ ਮਤਲਬ ਮਿਹਨਤ, ਮਸ਼ੱਕਤ, ਆਪਣੇ ਜੀਵਨ ਦੇ ਮਿਆਰ ਨੂੰ ਉੱਚਾ ਚੁੱਕਣ ਦੀ ਮਸ਼ੱਕਤ ਘਾਲੋ, ਇਹ ਭਿੱਖਿਆ ਪਾਤਰ ਹੈ। ਜਿਵੇਂ ਭੁੱਖ ਲੱਗਦੀ ਹੈ ਅਤੇ ਕਿਸੇ ਦਰਵਾਜ਼ੇ 'ਚ ਜਾ ਕੇ ਭਿੱਖਿਆ ਪਾਤਰ ਅੜਦੇ ਹੋ ਨਾ ਵੀ ਸਾਨੂੰ ਭਿੱਖਿਆ ਦਿਓ, ਅਲਖ ਨਿਰੰਜਨ ਕਹਿ ਕੇ ਅਗਲੇ ਕੋਲੋਂ ਭਿੱਖਿਆ ਮੰਗਦੇ ਹੋ। ਇਸੇ ਤਰ੍ਹਾਂ ਗੁਣ ਵੀ ਮੰਗੋ। ਜਿੱਥੇ ਚੰਗਿਆਈ ਵੇਖੋ ਉਹਨੂੰ ਗ੍ਰਹਿਣ ਕਰੋ, ਜਿੱਥੇ ਚੰਗੀ ਚੀਜ਼ ਵੇਖੋ ਉਸ ਨੂੰ ਸਿੱਖੋ। ਜਿਸ ਜੀਵਨ ਦੇ ਵਿੱਚ, ਜਿਸ ਮਨੁੱਖ ਦੇ ਵਿੱਚ ਕੋਈ ਗੁਣ ਹੈ, ਕੋਈ ਚੰਗਿਆਈ ਹੈ, ਉਸ ਦਾ ਸਨਮਾਨ ਕਰੋ ਤਾਂ ਕਿ ਉਹ ਚੰਗਿਆਈ ਵੱਧ ਜਾਏ। ਇਸ ਵਾਸਤੇ ਮਹਾਰਾਜ ਕਹਿੰਦੇ ਇਹ ਭਿੱਖਿਆ ਮੰਗੋ। ਫਿਰ ਉਹ ਭਿੱਖਿਆ ਪਾਤਰ ਸਾਂਭ ਕੇ ਝੋਲੀ 'ਚ ਪਾ ਲੈਂਦੇ ਨੇ ਆਪਣਾ ਜੋ ਵੀ ਉਹਨਾਂ ਦੇ ਕੋਲ ਥੋੜ੍ਹਾ ਬਹੁਤ ਸਾਮਾਨ ਹੁੰਦਾ ਹੈ। ਇਵੇਂ ਗੁਣ ਸਾਂਭੋ, ਇਹਨੂੰ ਝੋਲੀ ਤੇ ਪੱਤਰ ਬਣਾਓ। ਧਿਆਨ ਕੀ ਕਰੇ ਵਿਭੂਤ, ਧਿਆਨ ਦਾ ਮਤਲਬ ਹੈ ਆਪਣੀ ਸੁਰਤ ਨੂੰ ਰੱਬੀ ਸਿਫਤ ਦੇ ਵਿੱਚ ਟਿਕਾ ਕੇ ਰੱਖਣਾ, ਇਹ ਵਿਭੂਤੀ ਹੈ। ਧਿਆਨ ਵਿੱਚ ਰੱਖੋ ਕਿ ਮੌਤ ਸਦੀਵੀ ਹੈ, ਤਾਂ ਕਿ ਜੀਵਨ ਕੁਰਾਏ ਨਾ ਪਵੇ। ਪਤਾ ਰਵੇ ਅੱਜ ਹਾਂ, ਪਤਾ ਨਹੀਂ ਫੇਰ ਹੋਵਾਂਗਾ ਕਿ ਨਹੀਂ ਹੋਵਾਂਗਾ। ਇਸ ਕਰਕੇ ਜਿੰਨਾ ਸਮਾਂ ਜੀਵਾਂਗਾ ਕੋਸ਼ਿਸ਼ ਕਰਾਂਗਾ ਬਖੇੜੇ ਖੜੇ ਨਾ ਹੋਣ, ਉਲਝਣਾ ਨਾ ਹੋਣ, ਸਫ਼ਰ ਸੌਖਾ ਲੰਘ ਜਾਏ। ਹਰ ਜਪਦਿਆਂ ਖਿਨ ਢਿੱਲ ਨਾ ਕੀਚਈ ਮੇਰੀ ਜਿੰਦੜੀਏ, ਮਤ ਕੇ ਜਾਪੈ ਸਾਹ ਆਵੈ ਕਿ ਨਾ ਆਵੈ ਰਾਮ। ਤੋ ਸਾਹਿਬ ਸਤਿਗੁਰੂ ਨੇ ਇਵੇਂ ਫਰਮਾਇਆ, ਬਹੁ ਭੇਖ ਕੀਆ, ਬਹੁਤੇ ਭੇਖ ਧਾਰਨ ਕੀਤੇ, ਦੇਈ ਦੁੱਖ ਦੀ, ਤਨ ਨੂੰ ਦੁੱਖ ਦਿੱਤੇ, ਆਪਣੇ ਹੀ ਤਨ ਨੂੰ ਤਕਲੀਫ ਦਿੱਤੀ, ਉਹ ਭੇਖ ਧਾਰਨ ਕਰਕੇ ਜਾਂ ਉਹੋ ਜਿਹੇ ਕਰਮ ਕਰਕੇ। ਸਤਿਗੁਰੂ ਜੀ ਕਹਿੰਦੇ ਨੇ ਐਸੇ ਭੇਖੀ, ਵਿਖਾਵੇ ਕਰਨ ਵਾਲੇ, ਅਤੇ ਇਹਨਾਂ ਵਿਖਾਵਿਆਂ ਨਾਲ ਆਪਣੇ ਤਨ ਨੂੰ, ਦੇਹੀ ਨੂੰ ਆਪ ਹੀ ਦੁਖੀ ਕਰਨ ਵਾਲੇ ਵਿਖਾਵਿਆਂ ਖਾਤਰ ਲੋਕਾਂ ਬਾਰੇ ਮੈਂ ਇਹੀ ਕਹਿ ਸਕਦਾ ਹਾਂ, ਸੌ ਵੇ ਜੀਆ ਆਪਣਾ ਕੀਆ। ਇਹ ਜੀ ਸੌ ਸਹਿਣ ਕਰ, ਹੁਣ ਇਹ ਤੂੰ ਹੀ ਕੀਤਾ, ਭਾਵ ਇਹ ਤੇਰੀ ਮਰਜ਼ੀ ਹੈ, ਤੂੰ ਆਪੇ ਹੀ ਵਿਖਾਵੇ ਕਰਨ ਵਾਸਤੇ ਭੇਖ ਧਾਰਨ ਕਰਦਾ ਫਿਰਦਾ ਅਤੇ ਉਹਨਾਂ ਵਿਖਾਵਿਆਂ ਖਾਤਰ ਦੁੱਖ ਸਹਿੰਦਾ। ਇਹਦੇ 'ਚ ਕਿਸੇ ਦਾ ਕੋਈ ਦੋਸ਼ ਨਹੀਂ, ਇਹਦੇ 'ਚ ਉਪਕਾਰ ਵੀ ਤੂੰ ਕੋਈ ਨਹੀਂ ਕਰ ਰਿਹਾ। ਅਹਿਸਾਨ ਨਾ ਕਰ ਵੀ ਰੱਬਾ ਮੈਂ ਤੇਰੇ ਲਈ ਕੀ, ਨਹੀਂ, ਰੱਬ ਨੇ ਤੈਨੂੰ ਕਿੱਥੇ ਗਿਆ ਭੁੱਖਾ ਮਰ। ਉਹਨੇ ਕਦੋਂ ਕਿਹਾ ਤਨ 'ਤੇ ਸੁਆਹ ਮਲ, ਇਹ ਤੇਰੀ ਮਰਜ਼ੀ ਹੈ, ਤੂੰ ਤਨ 'ਤੇ ਸੁਆਹ ਮਲ ਲੈ, ਜਟਾਂ ਬਣਾ ਲੈ, ਬੜੀਆਂ ਮਸਾਣਾਂ 'ਚ ਬਹਿ ਜਾਏ, ਮੁੰਦਰਾਂ ਪਾ ਲੈ, ਨੰਗੇ ਪੈਰੀਂ ਫਿਰੇ, ਉਲਟਾ ਲਟਕ ਜਾਏ, ਇਹ ਤੇਰੀ ਮਰਜ਼ੀ ਹੈ। ਆਪਣਾ ਤੂੰ ਦੁੱਖ ਸਹਿਣਾ ਚਾਹੁੰਦਾ ਤੇ ਸਹੀ ਜਾ, ਇਹਦੇ ਵਿੱਚ ਕਿਸੇ ਨੂੰ ਅਹਿਸਾਨ ਨਾ ਕਰ ਵੀ ਵੇਖੋ ਜੀ ਮੈਂ ਬੜਾ ਮਹਾਨ, ਮੈਂ ਪੁੱਠਾ ਲਟਕਿਆ। ਕਿਉਂ ਲਟਕਿਆ ਤੂੰ? ਵੇਖੋ ਜੀ ਮੈਂ ਬੜਾ ਮਹਾਨ, ਮੈਂ ਭੁੱਖਾ ਰਹਿਣਾ। ਕਿਉਂ ਭੁੱਖਾ ਰਹਿਣਾ ਤੂੰ? ਸਮੱਸਿਆ ਕੀ ਹੈ ਤੇਰੀ? ਇਹਦੇ ਨਾਲ ਦੂਜਿਆਂ ਨੂੰ ਫਾਇਦਾ ਕੀ ਹੈ? ਜਿੱਥੇ ਇੰਨੀ ਦੁਨੀਆ ਪ੍ਰਸ਼ਾਦਾ ਛਕ ਕੇ ਤਨ ਪਾਲ ਰਹੀ ਹੈ, ਤੂੰ ਵੀ ਇੱਕ ਪ੍ਰਸ਼ਾਦਾ ਛਕ ਲੈ। ਤੈਨੂੰ ਕਿਹਨੇ ਕਿਹਾ?
ਇਹ ਤੂੰ ਖੁਦ ਦੁੱਖ ਸਹਿਣ ਕੀਤੇ ਨੇ, ਤੂੰ ਹੀ ਖੁਦ ਬਰਦਾਸ਼ਤ ਕਰ। ਫਿਰ ਹਜ਼ੂਰ ਕਹਿੰਦੇ ਅੰਨ ਨਾ ਖਾਇਆ ਸਾਧ ਗਵਾਇਆ। ਇੱਕ ਐਸੇ ਅੰਨ ਭੋਜਨ ਤਿਆਗ ਦਿੱਤਾ, ਖਾਣਾ ਪੀਣਾ ਛੱਡ ਦਿੱਤਾ, ਇਸ ਪਰਪਜ ਨਾਲ ਛੱਡ ਦਿੱਤਾ ਕਿ ਸਾਡੇ ਤਨ ਨੂੰ ਦੁੱਖ ਮਿਲੇਗਾ, ਮਨ ਸਹੀ ਰਾਹ 'ਤੇ ਆ ਜਾਏਗਾ, ਪਰਮੇਸ਼ਰ ਦੀ ਪ੍ਰਾਪਤੀ ਹੋ ਜਾਏਗੀ। ਜੇ ਇਹਨੂੰ ਦੂਜੇ ਲਫ਼ਜ਼ਾਂ ਦੇ ਵਿੱਚ ਵਰਤ ਰੱਖਣਾ ਵੀ ਕਹਿ ਦਿੰਦੇ, ਬੜੇ ਵਰਤ ਨੇ ਭਾਰਤੀ ਗ੍ਰੰਥਾਂ ਦੇ ਵਿੱਚ, ਵੱਖ-ਵੱਖ ਦਿਨਾਂ 'ਤੇ ਵੱਖ-ਵੱਖ ਦੇਵਤਿਆਂ ਦੀ ਖੁਸ਼ੀ ਲੈਣ ਲਈ, ਵੱਖ-ਵੱਖ ਵਾਰ ਆਦਿਕ ਲਾਲਸਾਵਾਂ ਪੂਰੀਆਂ ਕਰਵਾਉਣ ਲਈ ਵਰਤ ਰੱਖਣ ਦੀਆਂ ਵਿਧੀਆਂ ਦੱਸੀਆਂ ਗਈਆਂ ਨੇ। ਉਹਦੇ 'ਚੋਂ ਕੁਝ ਮਕਬੂਲ ਹੋ ਗਏ, ਜਿਵੇਂ ਜ਼ਿਆਦਾ ਮਸ਼ਹੂਰ ਹੋਏ ਕਰਵਾ ਚੌਥ ਵਗੈਰਾ ਦੇ, ਇਕਾਦਸ਼ੀ ਵਗੈਰਾ ਦੇ ਵਰਤ ਰੱਖਿਆ। ਦਿਨਾਂ ਦੇ ਨਾਲ ਵੀ ਵਰਤ ਜੁੜੇ ਨੇ, ਫਲਾਣੇ ਦਿਨ ਵਰਤ ਰੱਖੋਗੇ, ਇਸ ਟਾਈਮ ਤੋਂ ਇਸ ਟਾਈਮ ਇਹ ਪ੍ਰਾਪਤੀ ਹੋਏਗੀ, ਫਲਾਂ ਦੇਵਤਾ ਖੁਸ਼ ਹੋਏਗਾ, ਫਿਰ ਆਹ ਚੀਜ਼ ਮਿਲੇਗੀ, ਆਹ ਮਨਸ਼ਾ ਪੂਰੀ। ਇਸ ਤਰ੍ਹਾਂ ਦੀਆਂ ਬਹੁਤ ਚੀਜ਼ਾਂ ਨੇ। ਬੰਦਾ ਆਪਣੇ ਓੜ ਪੋੜ ਕਰੀ ਜਾਂਦਾ ਲਾਲਸਾ ਦੇ ਅਧੀਨ। ਗਰੀਬ ਨਵਾਜ਼ ਕਹਿੰਦੇ ਅੰਨ ਨਾ ਖਾਇਆ ਸਾਧ ਗਵਾਇਆ। ਤਨ ਡਿਮਾਂਡ ਕਰ ਰਿਹਾ ਹੈ, ਭੁੱਖ ਲੱਗੀ ਹੈ, ਤਨ ਨੂੰ ਭੋਜਨ ਦੀ ਲੋੜ ਹੈ, ਬੰਦੇ ਨੇ ਜਿੱਦ ਕੀਤੀ ਹੈ ਨਹੀਂ ਖਾਣਾ। ਮਹਾਰਾਜ ਕਹਿੰਦੇ ਆਪਣੀ ਜ਼ਿੰਦਗੀ ਦਾ ਲੁਤਫ, ਜ਼ਿੰਦਗੀ ਦਾ ਸਵਾਦ ਮਨੁੱਖ ਨੇ ਆਪ ਹੀ ਗਵਾਇਆ, ਇਹਦੇ 'ਚ ਕਿਸੇ ਦਾ ਕੋਈ ਦੋਸ਼ ਨਹੀਂ। ਬਹੁਤ ਦੁੱਖ ਪਾਇਆ, ਦੂਜਾ ਪਾਇਆ, ਦੂਜੇ ਭਾਅ ਵਿੱਚ ਲੱਗ ਕੇ, ਦੁਜਾਇਗੀ ਵਿੱਚ ਲੱਗ ਕੇ, ਪਰਮੇਸ਼ਰ ਦੀ ਸਿਫਤ ਸਲਾਹ ਤੇ ਹੁਕਮ ਵਾਲੇ ਜੀਵਨ ਦਾ ਤਿਆਗ ਕਰਕੇ, ਕਰਮ ਕਾਂਡੀ ਰਸਤਾ ਅਖਤਿਆਰ ਕਰਕੇ, ਉਹਦੇ 'ਤੇ ਤੁਰ ਕੇ ਮਨੁੱਖ ਨੇ ਬਹੁਤ ਦੁੱਖ ਸਹਿਣ ਕੀਤੇ ਨੇ ਔਰ ਕਰ ਰਿਹਾ ਹੈ। ਵਸਤਰ ਨਾ ਪਹਿਰੈ ਅਹਨਿਸ ਕਹਿਰੈ, ਵਸਤਰ ਨਹੀਂ ਪਹਿਨਦਾ, ਅਲਫ ਨੰਗਾ ਜੰਗਲਾਂ ਵਿੱਚ ਵਿਚਰਦਾ, ਤੀਰਥਾਂ 'ਤੇ ਵਿਚਰਦਾ। ਭਾਰਤ ਵਿੱਚ ਐਸੀਆਂ ਸੰਪਰਦਾਏ ਹਨ ਜੋ ਤਨ 'ਤੇ ਇੱਕ ਵੀ ਵਸਤਰ ਧਾਰਨ ਨਹੀਂ ਕਰਦੀਆਂ। ਵੱਖ-ਵੱਖ ਮਜ਼ਹਬਾਂ ਨਾਲ ਰਿਲੇਟਡ ਨੇ, ਸੰਬੰਧਿਤ ਨੇ। ਉਹ ਕਹਿੰਦੇ ਹਨ ਜਿਵੇਂ ਦਾ ਸਰੀਰ ਜੰਮਿਆ ਇਵੇਂ ਦਾ ਹੀ ਜਾਏਗਾ। ਜਦੋਂ ਕਿ ਸਮਾਜ ਦੀ ਰਿਕੁਆਇਰਮੈਂਟ ਹੁੰਦੀ ਹੈ ਕਿ ਜਿਸ ਸਮਾਜ ਵਿੱਚ ਤੁਸੀਂ ਵਿਚਰਦੇ ਹੋ, ਉੱਥੇ ਇੱਕ ਸਲੀਕੇ ਦਾ ਪਾਲਣ ਮਨੁੱਖ ਨੇ ਈਜਾਦ ਕੀਤਾ ਕਿ ਕਿਵੇਂ ਬੋਲਿਆ ਜਾਵੇ। ਇੱਕ ਮਨੁੱਖ ਜਦੋਂ ਦੂਜੇ ਮਨੁੱਖ ਨੂੰ ਮਿਲੇ ਤਾਂ ਕਿਵੇਂ ਬੋਲੇ, ਤਾਂ ਕਿ ਉਸ ਦਾ ਸਤਿਕਾਰ ਵੀ ਕਾਇਮ ਰਹੇ ਅਤੇ ਤੁਹਾਡਾ ਵੀ ਰਹੇ। ਜਦੋਂ ਸਮਾਜ ਵਿੱਚ ਸਾਂਝੇ ਤੌਰ 'ਤੇ ਵਿਚਰੀਏ ਤਾਂ ਕੁਝ ਇਹ ਐਸਾ ਲੋੜੀਂਦਾ ਪਹਿਨਿਆ ਜਾਏ ਵੀ ਤੁਹਾਡਾ ਤਨ ਨੰਗੇਜ਼ ਤੋਂ ਰਹਿਤ ਹੋਵੇ। ਹਰ ਚੀਜ਼ ਦੇ ਮਨੁੱਖ ਨੇ ਸਲੀਕੇ ਘੜੇ ਨੇ, ਪਰ ਉਹ ਉਹਨਾਂ ਸਲੀਕਿਆਂ ਤੋਂ ਮੁਕਤ ਹਨ। ਉਹ ਕਹਿੰਦੇ ਹਨ ਵੀ ਇਹ ਸਾਡੀ ਮਰਜ਼ੀ, ਅਸੀਂ ਤੇ ਪਰਮਾਰਥ ਲਈ ਜਿਉਂਦੇ ਹਾਂ। ਹਜ਼ੂਰ ਕਹਿੰਦੇ ਨੇ ਬਸਤਰ ਨਾ ਪਹਿਰੈ ਅਹਨਿਸ ਕਹਿਰੈ, ਦਿਨ ਰਾਤ ਦੁੱਖ ਸਹਾਰਦੇ ਹਨ, ਗਰਮੀ ਸਰਦੀ ਠੰਡ ਹਰ ਤਰ੍ਹਾਂ ਦੀ, ਉਪਦਰਵ ਹਾਸਾ ਇਤਿਆਦਿਕ ਤਕਲੀਫ ਸਹਿੰਦੇ ਹਨ। ਮੌਨ ਵਿਗੁਤਾ, ਮੌਨ ਦਾ ਮਤਲਬ ਹੈ ਚੁੱਪ ਧਾਰਨ ਕਰਨੀ, ਮੌਨ ਮਿੱਥ ਕੇ ਮੌਨ ਧਾਰਨ ਕਰਨਾ। ਸਿਆਣਪ ਦਾ, ਦਾਨਾਈ ਦਾ ਮਾਰਗ ਇਹ ਕਹਿੰਦਾ ਹੈ ਜ਼ਰੂਰਤ ਹੋਵੇ ਤਾਂ ਬੋਲੋ, ਜ਼ਰੂਰਤ ਨਹੀਂ ਹੈ ਚੁੱਪ ਰਹੋ। ਵਧੇਰੇ ਸੁਣਨ ਦੀ ਕੋਸ਼ਿਸ਼ ਕਰੋ, ਓਨਾ ਬੋਲੋ ਜਿੰਨਾ ਜਵਾਬ ਦੇਣ ਦੀ ਜ਼ਰੂਰਤ ਹੈ। ਅਗਰ ਪਰਮੇਸ਼ਰ ਨੇ ਰਸਨਾ ਦਿੱਤੀ ਹੈ ਤਾਂ ਇਸ ਦੇ ਉੱਤੇ ਇੱਕ ਮਰਿਆਦਾ ਲਾਗੂ ਕਰੋ ਸਦਾਚਾਰ ਦੀ। ਅਗਰ ਪਰਮੇਸ਼ਰ ਵਾਹਿਗੁਰੂ ਨੇ ਸਾਨੂੰ ਇਹ ਦੇਹੀ ਦਿੱਤੀ ਹੈ ਤਾਂ ਇਸ ਨੂੰ ਇੱਕ ਮਰਿਆਦਤ ਢੰਗ ਨਾਲ ਵਰਤੋ। ਆਪਾਂ ਮਨੁੱਖਾਂ ਸਮਾਜ ਦਾ ਪ੍ਰਭਾਵ ਕਬੂਲ ਕਰਦੇ ਹਾਂ, ਖੁਦ ਸਾਡੀ ਮਾਨਸਿਕਤਾ ਹੁੰਦੀ ਹੈ। ਕਈ ਵਾਰ ਤੁਸੀਂ ਵੇਖੋ ਬੰਦਾ ਜਿੱਦ ਕਰ ਲੈ, ਸਾਰਾ ਦਿਨ ਕੁਝ ਨਹੀਂ ਖਾਂਦਾ, ਸਰੀਰ ਕਮਜ਼ੋਰ ਜਿਹਾ ਲਿੱਸਾ ਜਿਹਾ ਹੁੰਦਾ ਵੀ ਵੀਕਨੈਸ ਮਹਿਸੂਸ ਕਰਦਾ ਵੀ ਕੁਝ ਖਾਣਾ ਚਾਹੀਦਾ, ਐਵੇਂ ਜਿੱਦ ਕਰ ਲਈ। ਅਤੇ ਕਈ ਵਾਰ ਸਰੀਰ ਯਾਦ ਕਰਾਉਂਦਾ ਵੀ ਤੂੰ ਜ਼ਿਆਦਾ ਖਾ ਰਿਹਾ, ਬਸ ਕਰ।
ਬੰਦਾ ਢਿੱਡ ਨੂੰ ਝੁਲਕਾ ਦੇ ਹੀ ਤੁਰਿਆ ਜਾਂਦਾ। ਕਈ ਵਾਰ ਇਸ ਤਰ੍ਹਾਂ ਵੀ ਵਾਪਰਦਾ ਵੀ ਸਰੀਰ ਕਹਿੰਦਾ ਬਸ, ਢਿੱਡ ਭਰ ਗਿਆ, ਜ਼ੁਬਾਨ ਨੂੰ ਸਵਾਦ ਲੱਗ ਰਹੀ, ਬੰਦਾ ਕਹਿੰਦਾ ਕੋਈ ਨਹੀਂ, ਥੋੜ੍ਹੇ ਤੰਗ ਹੋ ਲਵਾਂਗੇ। ਇਹ ਚੀਜ਼ਾਂ ਕਿਹੜੀਆਂ ਦੁਬਾਰਾ ਮਿਲਦੀਆਂ ਨੇ। ਇਸੇ ਤਰ੍ਹਾਂ ਹੀ ਮਨੁੱਖ ਸੁਣਨ ਵਾਸਤੇ ਕਰਦਾ ਹੈ। ਜੋ ਨਹੀਂ ਸੁਣਨਾ ਚਾਹੀਦਾ ਐਵੇਂ ਉਹਦੇ 'ਤੇ ਸਮਾਂ ਗਵਾਉਂਦਾ ਹੈ। ਜੋ ਨਹੀਂ ਬੋਲਣਾ ਚਾਹੀਦਾ ਉਹ ਬੋਲਦਾ ਰਹਿੰਦਾ ਹੈ। ਜਿੱਥੇ ਨਹੀਂ ਜਾਣਾ ਚਾਹੀਦਾ ਐਵੇਂ ਹੀ ਉੱਥੇ ਖਪਦਾ ਰਹਿੰਦਾ ਹੈ। ਜੋ ਨਹੀਂ ਸੋਚਣਾ ਚਾਹੀਦਾ ਉਹਨੂੰ ਸੋਚਦਾ ਰਹਿੰਦਾ ਹੈ। ਜਾਨੀ ਬੇਮਰਿਆਦਤ ਜੀਵਨ ਜਿਹੜਾ ਹੈ ਉਹ ਮਨੁੱਖ ਨੂੰ ਕੁਰਾਹੇ ਪਾਉਂਦਾ ਹੈ, ਖੁਆਰ ਕਰਦਾ ਹੈ। ਇਸੇ ਤਰ੍ਹਾਂ ਮੌਨ ਵੀ ਹੈ। ਲੋੜ ਹੈ ਬੋਲਣ ਦੀ, ਨਹੀਂ ਬੋਲ ਰਿਹਾ, ਪੱਕੀ ਚੁੱਪ ਧਾਰਨ ਕਰ ਲਈ। ਉਹ ਕਹਿੰਦੇ ਨੇ ਜੀ ਇਹ ਮੌਨੀ ਨੇ, ਰਸਨਾ ਤੋਂ ਕੋਈ ਬਚਨ ਨਹੀਂ ਕਰਨਗੇ। ਖੁਆਰ ਹੁੰਦਾ ਹੈ। ਮਨ 'ਚ ਭਾਵ ਆਉਂਦੇ ਨੇ ਵੀ ਮੈਂ ਫਲਾਣੇ ਨੂੰ ਆਹ ਸੁਣਾ ਦਿਆਂ, ਪਰ ਮੈਂ ਹੁਣ ਨਿੱਠ ਲਿਆ ਵੀ ਮੈਂ ਬੋਲਣਾ ਨਹੀਂ, ਤੇ ਕਿਵੇਂ ਬੋਲਾਂ। ਫਿਰ ਇਸ਼ਾਰੇ ਕਰਦਾ ਹੈ, ਕਾਪੀ ਪੈਨ ਕੋਲ ਰੱਖ ਕੇ ਲਿਖ ਕੇ। ਇੰਨੇ ਉਲਝਣ ਵਿੱਚ ਆਪ ਵੀ ਫਸਦਾ, ਦੂਜਿਆਂ ਨੂੰ ਫਸਾਉਂਦਾ। ਇਹਦੇ ਨਾਲੋਂ ਚੰਗਾ ਇੱਕ ਸ਼ਬਦ ਬੋਲ ਤੇ ਗੱਲ ਨਿਬੜ ਜਾਏ। ਵੈਸੇ ਵੀ ਤਾਂ ਮਨ 'ਚ ਖਿਆਲ ਆ ਹੀ ਰਿਹਾ ਤੇਰੇ ਵੀ ਮੈਂ ਇਹਨੂੰ ਕਹਾਂ ਵੀ ਮੈਨੂੰ ਪਾਣੀ ਪਿਆ, ਇਹਨੂੰ ਕਹਾਂ ਵੀ ਫਲਾਣੇ ਨੂੰ ਆਵਾਜ਼ ਦੇਈ, ਫਲਾਣੇ ਆਹ ਚੀਜ਼ ਚੁੱਕ ਕੇ ਉੱਥੇ ਰੱਖ ਦੇ। ਵੈਸੇ ਵੀ ਤੇਰੇ ਮਨ 'ਚ ਤਾਂ ਖਿਆਲ ਆ ਹੀ ਰਿਹਾ, ਕਹਿਣਾ ਤੇ ਜ਼ਬਾਨ ਤੋਂ ਹੀ ਹੈ, ਗੱਲ ਤਾਂ ਇੰਨੀ ਕਿਸੇ। ਸੋ ਸਤਿਗੁਰੂ ਕਹਿੰਦੇ ਨੇ ਕਿਉਂ ਜਾਗੈ ਗੁਰ ਬਿਨ ਸੂਤਾ। ਜਿਹੜਾ ਜੀਵ ਆਤਮਕ ਤੌਰ 'ਤੇ ਮਾਇਆ ਵਿੱਚ, ਕਰਮ ਕਾਂਡ ਔਰ ਅਗਿਆਨ ਵਿੱਚ ਸੁੱਤਾ ਹੋਇਆ, ਗੁਰੂ ਤੋਂ ਬਿਨਾਂ ਸੁੱਤਾ ਹੋਇਆ ਜਾਗ ਨਹੀਂ ਸਕਦਾ। ਗੁਰੂ ਹੀ ਆਪਣੇ ਗਿਆਨ ਰਾਹੀਂ ਉਸ ਅਗਿਆਨ ਦੀ ਨੀਂਦ ਵਿੱਚੋਂ ਜੀਵ ਨੂੰ ਉਠਾਉਂਦਾ ਹੈ। ਵਰਨਾ ਇਸ ਤਰ੍ਹਾਂ ਦੀ ਨੀਂਦ ਵਿੱਚ ਹੀ, ਬੇਹੋਸ਼ੀ ਵਿੱਚ ਹੀ ਜੀਵ ਇਹੋ ਜਿਹੇ ਕਰਮ ਕਾਂਡ ਕਰੀ ਜਾਂਦੇ ਨੇ। ਪੱਗ ਉੱਪੇ ਤਾਣਾ, ਪੈਰਾਂ ਵਿੱਚ ਜੋੜਾ ਨਹੀਂ ਪਾਉਂਦਾ, ਸਾਰੀ ਉਮਰ ਨੰਗਾ ਰਹਿੰਦਾ, ਅਵੇਲੇਬਲ ਹੈ ਤਾਂ ਵੀ ਨਹੀਂ ਪਾਉਂਦਾ। ਆਪਣਾ ਕੀਆ ਕਮਾਣਾ, ਆਪਣੀ ਮਰਜ਼ੀ ਹੈ, ਆਪ ਦੁੱਖ ਸਹਿ ਰਿਹਾ। ਅਲਮਲ ਖਾਈ, ਗੰਦਗੀ ਐਸੇ ਵੀ ਹਨ। ਫੋਲ ਫਦੀਹਤ ਮੋਹ ਲੈਨ ਪੜਾਸਾਂ, ਇੱਕ ਜੈਨੀ ਉਜੜ ਖਵਾਏ ਤੁਰੋਂ ਖਵਾਇਆ, ਉਜੜ ਪਾਏ ਤੁਰੋਂ ਖਵਾਇਆ। ਸਰੇਵੜੇ ਹਨ, ਹੋਰ ਐਸੇ ਹਨ ਜਿਹੜੇ ਗੰਦਗੀ ਖਾਂਦੇ ਨੇ, ਸਿਰ 'ਚ ਪਾਉਂਦੇ ਹਨ, ਕਾਰਾ ਮੜ ਲੈਂਦੇ, ਮਿੱਟੀ ਮੜ ਲੈਂਦੇ ਨੇ, ਸੁਆਹ ਮੜ ਲੈਂਦੇ, ਕੇਸਾਂ 'ਚ ਵੀ, ਸਾਰੀ ਦਹੀਂ ਦੇ ਉੱਤੇ। ਅਲਮਲ ਖਾਈ ਸਿਰ ਛਾਈ ਪਾਈ, ਮੂਰਖ ਅੰਧੈ ਪਤ ਗਵਾਈ। ਇਉਂ ਆਪਣੀ ਮੂਰਖਾਨਾ ਹਰਕਤ ਨਾਲ, ਅਗਿਆਨ ਕਾਰਨ, ਅੰਧਾ ਦਾ ਮਤਲਬ ਅਗਿਆਨ ਕਾਰਨ, ਆਪਣੀ ਪਤ ਆਪ ਹੀ ਗਵਾ ਲਈ। ਭਾਵ ਆਪਣੇ ਮਨੁੱਖਾ ਜੀਵਨ ਦਾ ਰੁਤਬਾ ਆਪ ਹੀ ਪਸ਼ੂਆਂ ਤੋਂ ਵੀ ਨੀਵਾਂ ਕਰ ਲਿਆ। ਫਿਰ ਹਜ਼ੂਰ ਕਹਿੰਦੇ ਵਿਣ ਨਾਮੈ ਕਿਛ ਥਾਏ ਨਾ ਪਾਈ। ਹੇ ਭਾਈ, ਪਰਮੇਸ਼ਰ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਇਹੋ ਜਿਹੇ ਕਰਮ ਕਾਂਡਾਂ 'ਚੋਂ ਕੁਝ ਵੀ ਥਾਂ ਨਹੀਂ ਪੈਂਦਾ। ਕੋਈ ਵੀ ਭਲਾ ਨਹੀਂ ਕਰਦਾ, ਕੋਈ ਵੀ ਪ੍ਰਾਪਤੀ ਤੱਕ ਨਹੀਂ ਲਿਜਾਂਦਾ। ਰਹਿ ਬੇਬਾਣੀ ਮੜੀ ਮਸਾਣੀ, ਮੁਰਦਾ ਘਾਟ ਵਿੱਚ ਰਹਿੰਦਾ ਹੈ, ਮੜੀਆਂ ਮਸਾਣਾ ਵਿੱਚ ਰਹਿੰਦਾ ਹੈ, ਕਬਰਸਤਾਨਾਂ ਵਿੱਚ ਰਹਿੰਦਾ ਹੈ, ਉੱਥੇ ਹੀ ਵਸੇਬਾ ਕਰ ਲੈਂਦਾ ਹੈ, ਤਨ 'ਤੇ ਸੁਆਹ ਮਲਦਾ ਹੈ। ਇਹੋ ਜਿਹੇ ਸੰਪਰਦਾਇ ਮੁਰਦੇ ਦਾ ਮਾਸ ਖਾਂਦੇ ਨੇ, ਮੁਰਦੇ ਮਨੁੱਖ ਦਾ। ਅਘੋਰੀ ਮੁਰਦੇ ਦਾ ਮਾਸ ਖਾਂਦੇ ਨੇ। ਪਾਤਸ਼ਾਹ ਕਹਿੰਦੇ ਨੇ ਰਹਿ ਬੇਬਾਣੀ ਮੜੀ ਮਸਾਣੀ, ਅੰਧ ਨਾ ਜਾਣੈ। ਅਗਿਆਨੀ ਜੀਵ ਸੱਚ ਦਾ ਮਾਰਗ ਨਹੀਂ ਜਾਣਦਾ, ਅਗਿਆਨ ਵਿੱਚ ਕਰਮ ਕਾਂਡਾਂ 'ਚ ਉਲਝਿਆ, ਫਿਰ ਪਛਤਾਣੀ। ਓੜਕ ਨੂੰ ਇਹਨਾਂ ਕਰਮ ਕਾਂਡਾਂ ਵਿੱਚੋਂ ਪਛਤਾਵਾ ਹੀ ਨਿਕਲੇਗਾ। ਪਹੁੰਚ ਨਾ ਸਕਿਓ ਤਹਾਂ ਜਹਾਂ ਮੋਹਿ ਜਾਨੋ ਹੈ। ਰਸਤਾ ਕੀ ਹੈ? ਪਾਤਸ਼ਾਹ ਕਹਿੰਦੇ ਸਤਿਗੁਰ ਭੇਟੇ ਸੋ ਸੁਖ ਪਾਏ। ਸਤਿਗੁਰੂ ਦਾ ਮਿਲਾਪ ਹੋਵੇ ਤਾਂ ਹੀ ਜੀਵਨ ਵਿੱਚ ਆਤਮਿਕ ਸੁੱਖ ਹੈ। ਹਰ ਕਾ ਨਾਮ ਮਨ ਵਸਾਏ। ਸਤਿਗੁਰੂ ਨੂੰ ਮਿਲਣ ਸਦਕਾ ਹੀ ਪਰਮੇਸ਼ਰ ਦਾ ਨਾਮ ਮਨ ਵਿੱਚ ਵਸਦਾ ਹੈ। ਰੱਬੀ ਯਾਦ ਅਤੇ ਸਿਫਤ ਸਲਾਹ ਹਿਰਦੇ ਵਿੱਚ ਵਸਦੀ ਹੈ। ਪਰ ਇਹ ਦਾਤ ਕਿਹਨੂੰ ਹਾਸਲ ਹੁੰਦੀ ਹੈ? ਨਾਨਕ ਨਦਰ ਕਰੇ ਸੋ ਪਾਏ। ਹੇ ਨਾਨਕ, ਜਿਹਦੇ ਉੱਤੇ ਉਹ ਨਦਰ ਕਿਰਪਾ ਕਰਦਾ ਹੈ ਉਹਨੂੰ ਗੁਰੂ ਮਿਲਦਾ। ਮਾਨੋ ਗੁਰੂ ਦਾ ਮਿਲਾਪ ਸਮਝੋ ਵਾਹਿਗੁਰੂ ਦੀ ਕਿਰਪਾ ਹੋ ਗਈ, ਗੁਰੂ ਕੋਲੋਂ ਨਾਮ ਦੀ ਪ੍ਰਾਪਤੀ ਹੋ ਗਈ। ਫਿਰ ਕੀ ਫਿਰ ਕਿਹੋ ਜਿਹਾ ਜੀਵਨ ਬਣਦਾ? ਪਾਤਸ਼ਾਹ ਕਹਿੰਦੇ ਆਸ
ਅੰਦੇਸ਼ੇ ਤੇ ਨੇਹ ਕੇਵਲ। ਆਸ ਝੂਠੀਆਂ ਉਮੀਦਾਂ ਜਿਹੜੀਆਂ ਕਰਮਕਾਂਡਾਂ ਤੋਂ ਜੀਵ ਲਾਉਂਦਾ ਹੈ, ਵਿਅਰਥ ਦੀ ਮਾਨਸਿਕ ਦੌੜ, ਤੇ ਅੰਦੇਸ਼ੇ ਦਾ ਮਤਲਬ ਹੈ ਵਿਅਰਥ ਤੇ ਫਿਕਰ। ਹੁਣ ਵੇਖੋ, ਕੁਝ ਚੀਜ਼ਾਂ ਐਸੀਆਂ ਨੇ ਅਗਰ ਹੋਣੀਆਂ ਨਹੀਂ ਹੋ ਜਾਣੀਆਂ ਨੇ, ਬੰਦਾ ਚਿੰਤਾ 'ਚ ਮਰੀ ਤੁਰਿਆ ਜਾਂਦਾ ਹੈ, ਇਵੇਂ ਨਾ ਹੋ ਜਾਏ, ਇਵੇਂ ਨਾ। ਕਈ ਵਾਰ ਉਵੇਂ ਹੁੰਦਾ ਵੀ ਨਹੀਂ, ਫਿਰ ਬੰਦਾ ਸੋਚਦਾ ਐਵੇਂ ਹੀ ਜਾਨ ਸੂਲੀ 'ਤੇ ਟੰਗੀ ਰੱਖੀ, ਗੱਲ ਤਾਂ ਕੁਝ ਹੋਈ ਨਹੀਂ, ਬੇਚੈਨ ਰਿਹਾ, 4 ਦਿਨ ਨੀਂਦ ਨਹੀਂ ਆਈ, ਭੁੱਖ ਨਹੀਂ ਲੱਗੀ, ਉਦਾਸ ਰਿਹਾ, ਹੋਇਆ ਤੇ ਕੁਝ ਵੀ ਨਹੀਂ। ਅਤੇ ਕਈ ਵਾਰ ਹੋ ਵੀ ਜਾਂਦਾ, ਜਦੋਂ ਹੋਣਾ ਸੀ ਉਦੋਂ ਤਾਂ ਝੱਲਣਾ ਹੀ ਸੀ, ਉਹਦੇ ਹੋਣ ਤੋਂ ਪਹਿਲਾਂ ਤੋਂ ਹੀ ਬੰਦਾ ਕਿੰਨੇ ਦਿਨ ਆਪਣੇ ਆਪ ਨੂੰ ਸਜ਼ਾ ਦੇਣ ਲੱਗ ਪੈਂਦਾ। ਫਿਕਰ ਇਹੋ ਜਿਹੀ ਚੀਜ਼ ਹੈ, ਚਿੰਤਾ ਇਹੋ ਜਿਹਾ ਰੋਗ ਹੈ। ਪਾਤਸ਼ਾਹ ਕਹਿੰਦੇ ਉਹ ਝੂਠੀ ਉਮੀਦ ਤੋਂ ਅਤੇ ਫਿਕਰਾਂ ਤੋਂ ਮੁਕਤ ਹੋ ਜਾਂਦੇ ਹਨ। ਨਿਹ ਕੇਵਲ ਦਾ ਅਰਥ ਹੈ ਰਹਿਤ, ਮੁਕਤ। ਹਉਮੈ ਸ਼ਬਦ ਜਲਾਏ, ਗੁਰੂ ਦੇ ਸ਼ਬਦ ਰਾਹੀਂ ਉਹਨਾਂ ਦੀ ਹਉਮੈ ਸੜ ਜਾਂਦੀ ਹੈ, ਹਉਮੈ ਤੋਂ ਰਹਿਤ ਹੋ ਜਾਂਦੇ ਹਨ, ਹਉਮੈ ਦੇ ਪ੍ਰਭਾਵ ਵਾਲੇ ਜੀਵਨ ਤੋਂ ਮੁਕਤ ਹੋ ਜਾਂਦੇ, ਰਹਿਤ ਹੋ ਜਾਂਦੇ ਨੇ, ਉੱਚੇ ਉੱਠ ਜਾਂਦੇ ਨੇ। ਸਾਹਿਬ ਸਤਿਗੁਰੂ ਕਿਰਪਾ ਕਰਨ। ਦੋਨਾਂ ਸਲੋਕਾਂ ਤੋਂ ਬਾਅਦ ਜਿਹੜਾ ਮੁੱਖ ਭਾਵ ਮਹਾਰਾਜ ਨੇ ਪੌੜੀ ਵਿੱਚ ਦੱਸਿਆ, ਅਗਲੇਰੇ ਸਲੋਕਾਂ ਵਿੱਚ ਵਿਚਾਰਨ ਦਾ ਯਤਨ ਕਰਾਂਗੇ। ਭੁੱਲ ਚੁੱਕ ਦੀ ਖਿਮਾ। ਮਹਾਰਾਜ ਸਭਨਾਂ ਦੀ ਹਾਜ਼ਰੀ ਸੇਵਾਦਾਰ ਪ੍ਰਵਾਨ ਕਰਨ। ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।